ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿੱਚ ਦੋ ਰੋਜ਼ਾ ਛਿੰਝ ਮੇਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਦਲਜੀਤ ਚੀਮਾ ਤੇ ਸਾਬਕਾ ਸੀਪੀਐਸ ਗੁਰਬਚਨ ਸਿੰਘ ਬੱਬੇਹਾਲੀ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਸਾਬਕਾ ਮੰਤਰੀ ਦਲਜੀਤ ਚੀਮਾ ਨੇ ਛਿੰਝ ਮੇਲੇ ਦੀ ਸ਼ੁਰੂਆਤ ਕੀਤੀ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਵੀ ਇਸ ਮੇਲੇ ਵਿੱਚ ਸ਼ਿਰਕਤ ਕਰਨਗੇ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਤਸਕੀਮ ਕਰਨਗੇ। ਇਸ ਦੌਰਾਨ ਸਾਬਕਾ ਮੰਤਰੀ ਦਲਜੀਤ ਚੀਮਾ ਨੇ ਦੱਸਿਆ ਕਿ ਆਪ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਈਡੀ ਤੇ ਵਿਜੀਲੈਂਸ ਦੀਆਂ ਖੇਡਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਹੋਣੀਆਂ ਚਾਹੀਦੀਆਂ ਹਨ, ਨਾ ਕਿ ਰਾਜਨੀਤੀ ਬਦਲਾਖੋਰੀਆਂ ਨੂੰ ਲੈ ਕੇ ਹੋਣੀਆਂ ਚਾਹੀਦੀਆਂ ਹਨ। ਉੱਥੇ ਸਾਬਕਾ ਸੀਪੀਐਸ ਗੁਰਬਚਨ ਬੱਬੇਹਾਲੀ ਨੇ ਕਿਹਾ ਕਿ ਇਸ ਛਿੰਝ ਵਿੱਚ ਕਬੱਡੀ, ਕੁਸ਼ਤੀ, ਦੌੜਾਂ, ਰੱਸਾਕੱਸੀ ਸਮੇਤ ਪੇਂਡੂ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਸਭ ਤੋਂ ਪਹਿਲਾਂ ਤੇ ਮੈਂ ਸਾਡੇ ਸੀਨੀਅਰ ਸਾਥੀ ਸਰਦਾਰ ਗੁਰਬਚਨ ਸਿੰਘ ਜੀ ਬੱਬੇਹਾਲੀ ਸਾਹਿਬ ਨੂੰ, ਸਾਰੇ ਬੱਬੇਹਾਲੀ ਨਗਰ ਨੂੰ, ਸਾਰੀ ਛਿੰਝ ਦੀ ਪ੍ਰਬੰਧਕੀ ਕਮੇਟੀ ਨੂੰ ਵਧਾਈ ਦਿੰਦਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹਨਾਂ ਨੇ ਛਿੰਝ ਦਾ ਜਿਹੜਾ ਪ੍ਰੋਗਰਾਮ ਦਾ ਸਾਰਾ ਪ੍ਰਬੰਧ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਔਰ ਬੜੀ ਕਾਮਯਾਬ ਜਿਹੜੀ ਛਿੰਝ ਆ, ਜਿਹੜੀ ਮੈਂ ਕਹਿ ਸਕਦਾ ਪੰਜਾਬ ਦੇ ਵਿੱਚੋਂ ਇੱਕ ਨਾਮੀ ਛਿੰਝ ਮੇਲਾ ਜਿਹੜਾ ਬੱਬੇਹਾਲੀ ਦੇ ਵਿੱਚ ਹੁੰਦਾ। ਇਸ ਕਰਕੇ ਪਿੱਛੇ ਕੋਵਿਡ ਕਰਕੇ ਗੈਪ ਪੈ ਗਿਆ ਸੀ, ਪਰ ਬੱਬੇਹਾਲੀ ਸਾਹਿਬ ਤੇ ਸਾਥੀਆਂ ਨੇ ਹਿੰਮਤ ਕਰਕੇ ਫਿਰ ਅੱਜ ਜਿਹੜਾ ਛਿੰਝ ਮੇਲੇ ਦਾ ਪ੍ਰੋਗਰਾਮ ਦਾ ਆਯੋਜਨ ਕੀਤਾ। ਇਹਨਾਂ ਸਾਰਿਆਂ ਨੂੰ ਤਹਿ ਦਿਲੋਂ ਤੋਂ ਮੈਂ ਵਧਾਈ ਦਿੰਦਾ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਬੱਚਿਆਂ ਦਾ ਹੌਸਲਾ ਵਧਾਉਣ ਵਾਸਤੇ, ਉਹਨਾਂ ਨੂੰ ਚੰਗੇ ਪਾਸੇ ਲਾਉਣ ਵਾਸਤੇ, ਖੇਡਾਂ ਦੇ ਵਿੱਚ ਉਤਸ਼ਾਹਿਤ ਕਰਨ ਵਾਸਤੇ ਜਿਹੜਾ ਬਹੁਤ ਜ਼ਰੂਰੀ ਹੈ। ਇਸ ਕਰਕੇ ਪਹਿਲਾਂ ਵੀ ਬਹੁਤ ਅੱਛਾ ਪ੍ਰਬੰਧ ਕਰਕੇ ਇਸ ਨਗਰ ਦੇ ਵਿੱਚ ਵੀ, ਇਲਾਕੇ ਦੇ ਵਿੱਚ ਵੀ ਇਹਨਾਂ ਨੇ ਸਪੋਰਟਸ ਐਕਟੀਵਿਟੀਜ਼ ਨੂੰ ਐਨਕਰੇਜ ਕੀਤਾ ਔਰ ਅੱਜ ਵੀ ਆਪਣਾ ਖੇਡਾਂ ਪ੍ਰਤੀ ਉਹੀ ਪਿਆਰ ਦਿਖਾਉਂਦੇ ਹੋਏ ਫਿਰ ਇਹਨਾਂ ਨੇ ਛਿੰਝ ਮੇਲੇ ਦਾ ਆਯੋਜਨ ਕੀਤਾ। ਇਹਨਾਂ ਨੂੰ ਬਹੁਤ ਬਹੁਤ ਵਧਾਈ। ਚੀਮਾ ਸਾਹਿਬ ਈਡੀ ਤੇ ਵਿਜੀਲੈਂਸ ਦੀ ਜਿਹੜੀਆਂ ਰੇਡਾਂ ਹੋਣੀਆਂ, ਛਾਪੇਮਾਰੀਆਂ ਹੋਣੀਆਂ, ਮਿਨਿਸਟਰਾਂ ਨੂੰ ਅੰਦਰ ਕੀਤਾ ਜਾ ਰਿਹਾ, ਉਹਨਾਂ ਦੇ ਆਰੋਪ ਲੱਗ ਰਿਹਾ, ਕਿਸ ਤਰੀਕੇ ਨਾਲ ਦੇਖਦੇ ਹੋ ਇਹਨਾਂ ਚੀਜ਼ਾਂ? ਦੇਖੋ, ਗੱਲ ਇਹ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਕਰਪਸ਼ਨ ਦੇ ਖਿਲਾਫ ਅਗਰ ਸਰਕਾਰ, ਚਾਹੇ ਕੋਈ ਕੇਂਦਰ ਸਰਕਾਰ ਐਕਸ਼ਨ ਕਰਦੀ ਹੈ, ਚਾਹੇ ਸੂਬੇ ਦੀ ਸਰਕਾਰ ਕਰਦੀ ਹੈ, ਵਾਕਿਆ ਹੀ ਕਿਸੇ ਨੇ ਕਰਪਸ਼ਨ ਕੀਤੀ ਹੈ, ਅਸੀਂ ਹੋਲ ਹਾਰਟਡਲੀ ਸਪੋਰਟ ਕਰਦੇ ਹਾਂ ਕਿ ਉਸ ਬੰਦੇ ਤੇ ਐਕਸ਼ਨ ਹੋਣਾ ਚਾਹੀਦਾ ਹੈ। ਕਰਪਸ਼ਨ ਨੂੰ ਮਾਫ ਨਹੀਂ ਕੀਤਾ ਜਾਣਾ ਚਾਹੀਦਾ। ਇਸ ਕਰਕੇ ਜਿਹੜਾ ਸਹੀ ਕੰਮ ਕਿਤੇ ਹੁੰਦਾ ਤੇ ਉਹਦਾ ਅਸੀਂ ਹਮੇਸ਼ਾ ਹੀ ਸਵਾਗਤ ਕਰਦੇ। ਇਹ ਸਹੀ ਹੋ ਰਿਹਾ ਕਿ ਗਲਤ ਜੀ? ਪਰ ਨਾਲ ਦੀ ਨਾਲ ਇਹ ਵੀ ਹੈ ਕਿ ਇਸ ਆੜ ਦੇ ਵਿੱਚ ਕਿਤੇ ਵੀ ਪੋਲੀਟੀਕਲ ਮਿਸਯੂਜ਼ ਕਿਸੇ ਵੀ ਏਜੰਸੀ ਦਾ ਨਹੀਂ ਹੋਣਾ ਚਾਹੀਦਾ। ਜੇ ਪੋਲੀਟੀਕਲ ਮਿਸਯੂਜ਼ ਹੁੰਦਾ ਤਾਂ ਉਹਦਾ ਮੈਂ ਸਮਝਦਾ ਕਿ ਉਹਨੂੰ ਸਾਰਿਆਂ ਨੂੰ ਰਲ ਕੇ ਕੰਡੈਮ ਵੀ ਕਰਨਾ ਚਾਹੀਦਾ। ਉਹਦੇ ਨਾਲ ਕ੍ਰੈਡੀਬਿਲਿਟੀ ਜਿਹੜੀ ਏਜੰਸੀਆਂ ਦੀ ਹੈ ਉਹ ਐਟ ਸਟੇਕ ਹੋ ਜਾਂਦੀ, ਕਿਉਂਕਿ ਏਜੰਸੀਆਂ ਚੰਗਾ ਕੰਮ ਕਰਨ, ਕਰਪਸ਼ਨ ਨੂੰ ਬਾਹਰ ਕੱਢਣ, ਜਿਹੜੇ ਕਰਪਟ ਬੰਦੇ ਆ ਉਹਨਾਂ ਨੂੰ ਸਜ਼ਾਵਾਂ ਦਿਵਾਉਣ, ਇਹ ਤਾਂ ਦੇਸ਼ ਦੇ ਭਲੇ ਦੇ ਵਿੱਚ ਆ। ਪਰ ਇਹਦੇ ਸਹਾਰੇ ਜੇ ਕੋਈ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੇ, ਚਾਹੇ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ, ਤੇ ਉਹਨੂੰ ਕਦੇ ਵੀ ਅਸੀਂ ਸਪੋਰਟ ਨਹੀਂ ਕਰਾਂਗੇ। ਇਸ ਕਰਕੇ ਹੁਣ ਦਿੱਲੀ ਦੇ ਵਿੱਚ ਜਿਹੜਾ ਕੇਜਰੀਵਾਲ ਦੇ ਖਿਲਾਫ ਔਰ ਮਨੀਸ਼ ਸਿਸੋਦੀਆ ਦੇ ਖਿਲਾਫ ਜਿਹੜੀ ਵੱਡੀ ਇਨਕੁਆਇਰੀ ਸੀਬੀਆਈ ਦੀ ਚੱਲ ਰਹੀ ਹੈ, ਉਹਨੂੰ ਵੀ ਜੇ ਕੋਈ ਕਵੇ ਕਿ ਇਹ ਬਦਲਾਖੋਰੀ ਦੀ ਕਾਰਵਾਈ ਹੈ, ਤੇ ਫਿਰ ਮੈਂ ਸਮਝਦਾ ਕਿ ਇਹ ਜਿਹੜੇ ਉਦੋਂ ਐਡੇ ਵੱਡੇ ਨਾਟਕ ਕਰਦੇ ਸੀ ਕੇਜਰੀਵਾਲ ਕਿ ਅਸੀਂ ਦੇਸ਼ ਦੇ ਵਿੱਚੋਂ ਕਰਪਸ਼ਨ ਖਤਮ ਕਰਨੀ ਹੈ, ਤਾਂ ਫਿਰ ਇਹ ਇਹਨਾਂ ਦਾ ਉਹ ਸਾਰਾ ਢੋਂਗ ਸੀ। ਕਿਉਂਕਿ ਜੋ ਕੁਝ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਦੇ ਵਿੱਚ ਹੋਇਆ, ਇਹ ਕਦੀ ਨਹੀਂ ਸੀ ਸੁਣਿਆ ਕਿ ਕਿਸੇ ਸਰਕਾਰ ਦੇ ਵਿੱਚ ਠੇਕੇਦਾਰ ਆਪ ਬਹਿਣਗੇ ਹੋਟਲਾਂ ਦੇ ਵਿੱਚ, ਪਾਰਟੀਆਂ ਦੇ ਲੀਡਰ ਬਹਿਣਗੇ, ਉੱਥੇ ਸੌਦੇ ਹੋਣਗੇ ਕਿ ਸਾਨੂੰ ਇੰਨਾ ਪੈਸਾ ਚਾਹੀਦਾ, ਤੇ ਉਹਦੇ ਸੌਦੇ ਦੇ ਮੁਤਾਬਕ ਫਿਰ ਪਾਲਿਸੀ ਜਿਹੜੀ ਬਣਾ ਕੇ ਠੇਕੇਦਾਰਾਂ ਨੂੰ ਦਿੱਤੀ ਜਾਏਗੀ। ਇਹ ਦਿੱਲੀ ਦੇ ਵਿੱਚ ਹੋਇਆ ਔਰ ਜੋ ਦਿੱਲੀ ਦੇ ਵਿੱਚ ਹੋਇਆ ਉਹ ਸੇਮ ਉਹਦਾ ਮਾਡਲ ਜਿਹੜਾ ਹੈਗਾ, ਕਿਉਂਕਿ ਇੱਥੇ ਦਿੱਲੀ ਮਾਡਲ ਨੂੰ ਬੜਾ ਪੰਜਾਬ ਦੇ ਵਿੱਚ ਪ੍ਰਚਾਰਿਆ ਜਾਂਦਾ। ਜਿਵੇਂ ਐਜੂਕੇਸ਼ਨ 'ਚ ਕਹਿੰਦੇ ਸੀ ਨਾ ਵੀ ਝੂਠਾ ਅਸੀਂ ਦਿੱਲੀ ਦਾ ਮਾਡਲ ਲਾਗੂ ਕਰਨਾ, ਇੱਥੇ ਸ਼ਰਾਬ ਦੇ ਵਿੱਚ ਦਿੱਲੀ ਦਾ ਮਾਡਲ ਇਹਨਾਂ ਨੇ ਜਿਹੜਾ ਉਹ ਲਾਗੂ ਕਰਨਾ। ਇੱਥੇ ਵੀ ਰਾਘਵ ਚੱਡੇ ਵਰਗੇ ਪਾਰਟੀ ਦੇ ਲੀਡਰ, ਇੱਕ ਹੋਰ ਨਈਅਰ ਹੈਗਾ ਮਿਸਟਰ, ਇਹਨਾਂ ਦੀ ਪਾਰਟੀ ਦਾ ਹੀ ਆਗੂ ਹੈ, ਉਹ ਬੰਦੇ, ਇੱਥੇ ਵੀ ਹੋਟਲਾਂ ਦੇ ਵਿੱਚ ਮੀਟਿੰਗਾਂ ਹੋਈਆਂ। ਇੱਥੇ ਵੀ 5% ਤੋਂ ਪ੍ਰੋਫਿਟ ਵਧਾ ਕੇ 10% ਕੀਤਾ ਗਿਆ, ਜਿਹੜਾ ਕਿ ਜਦੋਂ ਤੁਸੀਂ ਇਕੱਠਾ ਕਰਦੇ ਹੋ ਤੇ 500 ਕਰੋੜ ਤੋਂ ਵੱਧ ਦਾ ਫਾਇਦਾ ਜਿਹੜਾ ਉਹਨਾਂ ਨੂੰ ਦੇਣ ਦੀ ਜਿਹੜੀ ਠੇਕੇਦਾਰਾਂ ਨੂੰ ਕੋਸ਼ਿਸ਼ ਕੀਤੀ ਗਈ।
ਔਰ ਜਿਨ੍ਹਾਂ ਵਾਸਤੇ ਪਾਲਿਸੀ ਬਣਾਉਣੀ ਸੀ ਉਹ ਇੱਥੇ ਵੀ ਚੰਡੀਗੜ੍ਹ ਦੇ ਹੋਟਲਾਂ 'ਚ ਵੀ ਆ ਕੇ ਬੈਠਦੇ ਰਹੇ। ਅੱਜ ਸਾਡੇ ਪ੍ਰਧਾਨ ਸਾਹਿਬ ਤੇ ਸਾਡਾ ਡੈਲੀਗੇਸ਼ਨ ਗਵਰਨਰ ਸਾਹਿਬ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਇਆ ਕਿ ਅਸੀਂ ਸੀਬੀਆਈ ਦੀ ਤੇ ਈਡੀ ਦੀ ਇਨਕੁਆਇਰੀ ਪੰਜਾਬ ਦੀ ਜਿਹੜੀ ਇੱਥੇ ਐਕਸਾਈਜ਼ ਪਾਲਿਸੀ ਹੈ ਇਹਦੇ ਵਿੱਚ ਵੀ ਹੋਣੀ ਚਾਹੀਦੀ ਹੈ, ਤਾਂ ਜੋ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਸਾਹਮਣੇ ਆਏ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਜਿਹੜੇ ਕੱਟੜ ਇਮਾਨਦਾਰ ਦਾ ਨਵਾਂ ਇਹਨਾਂ ਨੇ ਟੈਗ ਆਪਣੇ ਨਾਂ ਨਾਲ ਜੋੜਿਆ, ਇਹਦੇ ਵਿੱਚ ਇਹਨਾਂ ਦੇ ਕਿੰਨੀ ਵੱਡੀ ਕਰਪਸ਼ਨ ਇਹਨਾਂ ਨੇ ਇਕੱਲੀ ਇਸ ਐਕਸਾਈਜ਼ ਪਾਲਿਸੀ ਦੇ ਵਿੱਚ ਕੀਤੀ। ਸਰ ਪੰਜਾਬ ਦੇ ਡਾਕਟਰ ਤੇ ਪੂਰੇ ਹੋ ਨਹੀਂ ਰਹੇ ਹਸਪਤਾਲਾਂ ਦੇ ਵਿੱਚ, ਪਰ ਮਹੱਲਾ ਕਲੀਨਿਕ ਖੋਲੇ ਜਾ ਰਹੇ ਆ, ਉਹਨਾਂ ਨੂੰ ਕਿਦਾਂ ਦੇਖਦੇ ਹੋ? ਦੇਖੋ, ਮਹੱਲਾ ਕਲੀਨਿਕ ਦਾ ਮਾਡਲ ਜਿਹੜਾ ਹੈਗਾ ਉਹ ਫੇਲ ਮਾਡਲ ਹੈ। ਇਹ ਜਿਹੜੇ ਬਣਾਏ ਗਏ ਸੀ ਸੇਵਾ ਕੇਂਦਰ, ਇਹਦੀ ਜਿਹੜੀ ਚੋਣ ਕੀਤੀ ਗਈ ਸੀ ਉਸ ਵੇਲੇ ਸਾਡੇ ਨੁਮਾਇੰਦਿਆਂ ਵੱਲੋਂ, ਸਥਾਨਕ ਪ੍ਰਸ਼ਾਸਨ ਵੱਲੋਂ, ਇਹ ਵੱਡੇ ਪਿੰਡ ਚੁਣ ਕੇ ਤੇ ਉੱਥੇ ਲੋਕਾਂ ਨੂੰ 100 ਤੋਂ ਵੱਧ ਸਹੂਲਤਾਂ ਦੇਣ ਵਾਸਤੇ ਇਹ ਸੇਵਾ ਕੇਂਦਰ ਬਣਾਏ ਗਏ ਸੀ। ਇੱਕ ਛੋਟੀ ਜਿਹੀ ਇਮਾਰਤ ਜਿਹਦੇ 'ਚ ਹਰ ਤਰ੍ਹਾਂ ਦਾ ਕੰਪਿਊਟਰ ਦਾ ਬਾਕੀ ਸਾਰਾ ਪ੍ਰਬੰਧ ਸਟਾਫ ਦਾ ਕੀਤਾ ਗਿਆ ਸੀ, ਜਿੱਥੇ ਖਿੜਕੀ ਦੇ ਵਿੱਚੋਂ ਆ ਕੇ ਡਾਕੂਮੈਂਟ ਪਿੰਡ ਦਾ ਬੰਦਾ ਫੜਾ ਕੇ ਜਾਂਦਾ ਸੀ ਤੇ ਆਪਣਾ ਉਹਦਾ ਡਾਕੂਮੈਂਟ ਬਣ ਕੇ ਤੇ ਉਹਨੂੰ ਉੱਥੇ ਮਿਲ ਜਾਂਦਾ ਸੀ। ਇਹ ਤਕਰੀਬਨ ਉਹਨਾਂ ਵੱਡੇ ਪਿੰਡਾਂ 'ਚ ਬਣੇ ਆ ਜਿੱਥੇ ਪਹਿਲੇ ਹੈਲਥ ਸੈਂਟਰ ਹੈਗੇ, ਸ਼ਹਿਰਾਂ ਦੇ ਵਿੱਚ ਬਣੇ ਆ ਜਿੱਥੇ ਆਲਰੇਡੀ ਸਿਵਲ ਹਸਪਤਾਲ ਹੈਗੇ। ਇਸ ਕਰਕੇ ਇਹਨਾਂ ਦੀ ਚੋਣ ਜਿਹੜੇ ਸੈਂਟਰ ਬਣਾਉਣ ਦੀ ਕੀਤੀ ਗਈ ਸੀ ਉਹ ਹੋਰ ਮਨੋਰਥ ਨਾਲ ਕੀਤੀ ਗਈ ਸੀ, ਔਰ ਉਹਨਾਂ ਥਾਵਾਂ ਦੇ ਉੱਤੇ ਜੇ ਹੁਣ ਪਹਿਲਾਂ ਹੈਲਥ ਸੈਂਟਰ ਬਣਿਆ, ਜੇ ਉੱਥੇ ਸਿਵਲ ਹਸਪਤਾਲ ਗੁਰਦਾਸਪੁਰ ਫਰਜ਼ ਕਰ ਲਓ, ਇੱਥੇ ਸਿਵਲ ਹਸਪਤਾਲ ਪਹਿਲਾਂ ਚੱਲਦਾ, ਉੱਥੇ ਤੁਸੀਂ ਛੋਟਾ ਜਿਹਾ ਇੱਕ ਸੈਂਟਰ ਬਣਾ ਕੇ ਤੇ ਉੱਥੋਂ ਹੀ ਸਿਵਲ ਹਸਪਤਾਲ ਚੋਂ ਕੱਢ ਕੇ 4 ਬੰਦੇ ਇੱਥੇ ਬਿਠਾ ਦਿਓਗੇ ਤੇ ਉੱਥੇ ਵਾਲੇ ਮਰੀਜ਼ਾਂ ਦਾ ਵੀ ਨੁਕਸਾਨ ਹੋਇਆ ਤੇ ਇੱਥੇ ਵਾਲਿਆਂ ਨੇ ਕੋਈ ਸਵਾਰ ਨਹੀਂ ਸਕਣਾ ਕਿਉਂਕਿ ਜਗ੍ਹਾ ਬਹੁਤ ਛੋਟੀ ਹੈ। ਇਸ ਕਰਕੇ ਇਹ ਤਾਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਆ ਔਰ ਕਰਪਸ਼ਨ ਦਾ ਬਹੁਤ ਵੱਡਾ ਜ਼ਰੀਆ ਕਿ ਸਾਰੀਆਂ ਬਿਲਡਿੰਗਾਂ ਨਵੀਆਂ ਬਣਾਈਆਂ ਸੀ ਤੁਹਾਡੇ ਸਾਹਮਣੇ, ਉਹਨਾਂ 'ਚ ਏਸੀ ਵੀ ਲਾਏ ਸੀ, ਉਹਨਾਂ 'ਚ ਫਰਨੀਚਰ ਵੀ ਦਿੱਤਾ ਸੀ, ਕੰਪਿਊਟਰ ਵੀ ਦਿੱਤੇ ਸੀ ਤੇ 20 ਲੱਖ ਰੁਪਈਆ ਇੱਕ ਦਾ ਦੇ ਕੇ 75 ਖੋਲ ਲਿਆ। 15 ਕਰੋੜ ਰੁਪਈਆ ਇਹਨਾਂ ਦੇ ਰੰਗ ਰੋਗਨ ਤੇ ਲੱਗ ਗਿਆ। ਹੁਣ ਉਹ ਭਗਵੰਤ ਮਾਨ ਜੀ ਦੀ ਜਿਹੜੀ ਫੋਟੋ ਲੱਗੀ ਸਾਨੂੰ ਤਾਂ ਬਹੁਤ ਮਹਿੰਗੀ ਪਈ ਪੰਜਾਬ ਨੂੰ। ਇੰਨੀ ਛੋਟੀ ਜਿਹੀ ਥਾਂ ਦੇ ਵਿੱਚ 20 ਲੱਖ ਦਾ ਪੇਂਟ ਕਰਨ ਦਾ ਜਿਹੜਾ ਐਸਟੀਮੇਟ ਬਣਿਆ ਉਹ ਬਹੁਤ ਵੱਡੀ ਕਰਪਸ਼ਨ। ਉਹਦੀ ਕੋਈ ਗੱਲ ਨਹੀਂ ਕਰਦੇ ਸੀ, ਕਿੰਨੀ ਵਾਰੀ ਇਸ਼ੂ ਰੇਜ਼ ਕੀਤਾ। ਇਹ ਤਾਂ ਪੈਸੇ ਹੜੱਪਣ ਦਾ ਇੱਕ ਤਰੀਕਾ ਸੀ, ਹੋਰ ਕੋਈ ਇਹਦਾ ਕੋਈ ਲਾਭ ਪੰਜਾਬ ਨੂੰ ਨਹੀਂ ਹੋਣਾ ਕਿਉਂਕਿ ਉਨੀ ਛੋਟੀ ਥਾਂ ਦੇ ਵਿੱਚ ਕੋਈ ਨਾ ਹਸਪਤਾਲ ਕੰਮ ਕਰ ਸਕਦਾ ਨਾ ਚੱਲ ਸਕਦਾ। ਸਿਰਫ ਦੂਜੇ ਥਾਵਾਂ ਤੋਂ ਸਟਾਫ ਕੱਢ ਕੇ ਜਿਹੜੇ ਸੈਂਟਰ ਚੱਲਦੇ ਸੀ ਉਹ ਬੰਦ ਹੋ ਜਾਣਗੇ। ਡੁਪਲੀਕੇਸੀ ਦਾ ਇੰਨਾ ਨੁਕਸਾਨ ਜ਼ਰੂਰ ਹੋਏਗਾ, ਇਹਦਾ ਫਾਇਦਾ ਪੰਜਾਬ ਨੂੰ ਕੋਈ ਨਹੀਂ। ਦੇਖੋ, ਇਹ ਠੱਗੀ ਦਾ ਟੋਲਾ ਚੱਲਦਾ ਪਿਆ, ਇਸ ਕਰਕੇ ਇਹਨਾਂ ਨੂੰ ਲੱਗਦਾ ਕਿ ਹੁਣ ਇਦਾਂ ਹੀ ਅਸੀਂ ਇੱਕ ਇੱਕ ਸਟੇਟ ਕਰਕੇ ਠੱਗੀ ਚੱਲਾਂਗੇ, ਨਹੀਂ ਕੰਮ ਚੱਲਣਾ। ਸੁਖਬੀਰ ਬਾਦਲ ਨੂੰ ਜਿਹੜੀ ਸਮਨਿੰਗ ਹੋਈ ਉਹਦੇ ਬਾਰੇ ਕਹਿਣਾ ਚਾਹੋਗੇ? ਦੇਖੋ, ਸਾਨੂੰ ਕਦੀ ਵੀ ਇਸ ਗੱਲ ਦੇ ਉੱਤੇ ਅਸੀਂ ਇਤਰਾਜ਼ ਨਹੀਂ ਕੀਤਾ। ਕਿਸੇ ਵੀ ਏਜੰਸੀ ਨੂੰ ਸਾਡੇ ਸਹਿਯੋਗ ਦੀ ਲੋੜ ਹੋਵੇ ਤੇ ਜਿਹਨੂੰ ਵੀ ਕਿਸੇ ਨੂੰ ਸੰਮਣ ਆਇਆ, ਪਹਿਲਾਂ ਵੀ ਵੱਡੇ ਬਾਲ ਸਾਹਿਬ ਨੂੰ ਵੀ ਆਏ ਤੇ ਉਹਨਾਂ ਨੇ ਵੀ ਸਹਿਯੋਗ ਕੀਤਾ। ਇਸੇ ਹੀ ਸਿੱਟ ਕੋਲੇ ਸਰਦਾਰ ਸੁਖਬੀਰ ਸਿੰਘ ਬਾਦਲ ਪਹਿਲਾਂ ਵੀ ਜਾ ਕੇ ਆਏ, ਕੋਈ ਨਵੀਂ ਗੱਲ ਨਹੀਂ ਹੈ। ਫਿਰ ਸੱਦਿਆ ਸੀ, ਫਿਰ 14 ਤਰੀਕ ਨੂੰ ਜਾਣਾ। ਹੁਣ ਜਿਹੜੀ ਬਾਈਬਲ ਕਰਾਂ ਵਾਲੀ ਸਿੱਟ ਦਾ ਵੀ ਆ ਗਿਆ, ਉੱਥੇ ਵੀ ਜਾਵਾਂਗੇ, ਕੋਈ ਗੱਲ। ਪਰ ਇਹ ਜਿਹੜੀ ਹੈ ਸਰਕਾਰ ਨੂੰ ਇਹਨਾਂ ਗੱਲਾਂ ਦੇ ਉੱਤੇ ਹੁਣ ਰਾਜਨੀਤੀ ਦਾ ਸਿਖਰ ਹੋ ਚੁੱਕਿਆ। ਧਰਮ ਪਰਿਵਰਤਨ ਵਾਲੀ ਕਨਸਪੀਰੇਸੀ ਚੱਲ ਰਹੀ ਹੈ ਜੀ, ਕਈ ਜਿਹੜੇ ਲਾਅ ਐਂਡ ਆਰਡਰ ਦੀ ਸਥਿਤੀ ਬਣ ਗਈ ਹੈ। ਕੱਲ ਇੱਥੇ ਚਰਚਾ ਵੀ ਹੋਇਆ ਹੈ। ਦੇਖੋ, ਜਿਹੜਾ ਧਰਮ ਪਰਿਵਰਤਨ ਦਾ ਜਿਹੜਾ ਇਸ਼ੂ ਉੱਠ ਰਿਹਾ ਹੈ, ਇਹਦੇ ਤੇ ਸਾਰੀਆਂ ਧਿਰਾਂ ਨੂੰ ਸਾਨੂੰ ਬੜੇ ਸੰਜਮ ਦੇ ਨਾਲ ਤੇ ਸਿਆਣਪ ਦੇ ਨਾਲ ਜਿਹੜਾ ਇਹ ਸਮਝਣਾ ਚਾਹੀਦਾ ਹੈ ਕਿ ਕਿਤੇ ਕੋਈ ਤਾਕਤ ਜਿਹੜੀ ਹੈ ਸਾਨੂੰ ਪਿੱਛੇ ਲੜਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰਦੀ, ਕਿਉਂਕਿ ਜਬਰੀ ਧਰਮ ਪਰਿਵਰਤਨ ਦੇ ਹਮੇਸ਼ਾ ਸਿੱਖ ਧਰਮ ਖਿਲਾਫ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਆਪਣੀ ਕੁਰਬਾਨੀ ਜਿਹੜੀ ਦਿੱਤੀ ਸੀ ਉਹ ਉਸ ਵੇਲੇ ਜਿਹੜਾ ਜ਼ਬਰਦਸਤੀ ਲੋਕਾਂ ਦਾ ਧਰਮ ਤਬਦੀਲ ਕੀਤਾ ਗਿਆ ਸੀ ਉਹਦੇ ਖਿਲਾਫ ਦਿੱਤਾ ਸੀ। ਕਾਰਨ ਨਹੀਂ, ਐਡਾ ਵੱਡਾ ਕੋਈ ਇਤਿਹਾਸ ਹੋਰ ਕਿਤੇ ਹੈ ਨਹੀਂ। ਪਰ ਜਬਰੀ ਧਰਮ ਪਰਿਵਰਤਨ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਪਰ ਇਸ ਮੁੱਦੇ ਨੂੰ ਕੋਈ ਰਾਜਨੀਤਿਕ ਰੰਗਤ ਦੇ ਕੇ ਤੇ ਜਿਹੜਾ ਭਾਈਚਾਰੇ ਨੂੰ ਆਪੋ 'ਚ ਲੜਾਉਣ ਦੀ ਵੀ ਕੋਸ਼ਿਸ਼ ਨਾ ਕਰੇ। ਉਹਨਾਂ ਚਾਲਾਂ ਤੋਂ ਵੀ ਸਾਨੂੰ ਜਿਹੜਾ ਬਹੁਤ ਸੁਚੇਤ ਰਹਿਣ ਦੀ ਲੋੜ। ਰਾਜਨੀਤੀ ਆਈ ਕੋਈ ਗੱਲ ਨਹੀਂ, ਅਸੀਂ ਭਾਵੇਂ ਸਰਕਾਰਾਂ ਦੂਜੀਆਂ ਆਮ ਆਦਮੀ ਪਾਰਟੀ ਅਤੇ ਭਾਵੇਂ ਪਹਿਲਾਂ ਕਾਂਗਰਸੀ, ਇਹ ਰਾਜਨੀਤੀ ਆਈ ਕੋਈ ਗੱਲ ਨਹੀਂ। ਅਸੀਂ ਆਪਣੇ ਕੋਲੋਂ ਖਰਚ ਕਰਦੇ ਹਾਂ, ਕਰੋਨਾ ਕਰਕੇ ਰਿਹਾ ਬੰਦ ਤੇ ਕੋਈ ਐਸੀ ਗੱਲ ਨਹੀਂ ਕਿ ਜਿਹੜੀ ਗੱਲ ਠੀਕ ਹੈ। ਅਰਕਾ ਅਸੀਂ ਰਾਹਤ ਮਿਲੀ ਹੈ ਲੋਕਾਂ ਨੂੰ ਤੇ ਖੇਡਾਂ ਕਰਾ ਰਹੇ ਹਾਂ। ਉੱਥੇ ਸਾਡੇ ਚੀਮਾ ਸਾਹਿਬ ਆਏ ਨੇ, ਇਹਨਾਂ ਦਾ ਉਦਘਾਟਨ ਕਰਨਾ
ਕੱਲ੍ਹ ਮਜੀਠੀਆ ਸਾਹਿਬ ਨੇ ਉਹਨਾਂ ਕਲਚਰ ਪ੍ਰੋਗਰਾਮ ਵਿੱਚ ਪ੍ਰਧਾਨ ਸਾਹਿਬ ਨੇ ਜਿਹੜੀਆਂ ਗੇਮਾਂ ਚੱਲ ਰਹੀਆਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਦੇਣੇ ਨੇ। ਸੋ ਇਸ ਕਰਕੇ ਬੜਾ ਵਧੀਆ ਮੇਲਾ ਤਰੀਕੇ ਦੇ ਨਾਲ ਜਿਹੜਾ ਸਦੀਆਂ ਤੋਂ ਮੇਲਾ ਲੱਗਦਾ ਆ ਰਿਹਾ, ਉਹ ਕਰੋਨਾ ਕਰਕੇ ਪਿੱਛੇ ਜਿਹੜਾ ਬੰਦ ਹੋਇਆ ਉਹ ਹੁਣ ਸ਼ੁਰੂ ਹੋ ਗਿਆ ਦੁਬਾਰਾ। ਕਿੰਨੇ ਭਲਵਾਨ ਆ ਰਹੇ ਜੀ ਸਾਰੇ ਬਾਹਰੋਂ? ਦੇਖੋ ਸਾਡੇ ਨੂੰ ਖੁੱਲ੍ਹਾ ਸੱਦਾ ਆ, ਦਿੱਲੀ ਦੇ ਖੜੇ ਤੋਂ ਵੀ ਆਏ ਨੇ, ਆਲਮਗੀਰ ਲੁਧਿਆਣੇ ਤੋਂ ਆਏ ਨੇ, ਤਰਨਤਾਰਨ ਤੋਂ ਆਏ ਨੇ, ਤੇ ਇਹ 2 ਦਿਨ ਦੇ ਵਿੱਚ ਤਕਰੀਬਨ ਕੋਈ 300 ਪਹਿਲਵਾਨ ਜਿਹੜਾ ਉਹ ਕੁਸ਼ਤੀਆਂ 'ਚ ਹਿੱਸਾ ਲਏਗਾ, ਤੇ ਟੀਮਾਂ ਜਿਹੜੀਆਂ ਨੇ ਉਹ 15-20 ਕਬੱਡੀ ਦੀਆਂ ਖੇਡ ਰਹੀਆਂ ਨੇ, ਤੇ ਓਪਨ ਸੱਦਾ ਆ ਸਾਡਾ, ਜਿਹੜੇ ਵੀ ਆਉਣਗੇ ਉਹਨੂੰ ਯੋਗ ਇਨਾਮ ਦੇ ਕੇ ਇੱਥੋਂ ਤੋਰਾਂਗੇ। ਕੀ ਅਪੀਲ ਕਰਨੀ ਚਾਹੁੰਦੇ ਅਪੀਲ ਤੇ ਵੇਖੋ ਸਾਡੀ ਸ਼ੁਰੂ ਤੋਂ ਇਹ ਰਹੀ ਆ, ਅੱਜ ਖੇਡਾਂ ਦਾ ਮੇਲਾ ਆ, ਖੇਡਾਂ ਪ੍ਰਤੀ ਮੈਂ ਗੱਲ ਕਰਨਾ ਕਿ ਪ੍ਰਧਾਨ ਸਾਹਿਬ ਨੇ ਆਪਣੀ ਸਰਕਾਰ ਦੇ ਵੇਲੇ ਖੇਡਾਂ ਨੂੰ ਬੜਾ ਉਤਸ਼ਾਹਿਤ ਕੀਤਾ ਸੀ, ਤੇ ਕਬੱਡੀ ਨੂੰ ਕੌਡੀਆਂ ਤੋਂ ਕਰੋੜਾਂ ਦੇ ਉੱਤੇ ਇਨਾਮਾਂ ਦੇ ਰਾਹੀਂ ਵੰਡ ਕੇ ਲੋਕਾਂ ਨੂੰ ਖੇਡਾਂ ਨਾਲ ਜੋੜਿਆ ਸੀ। ਤੇ ਅੱਜ ਵੀ ਮੇਰੀ ਇਹੋ ਅਪੀਲ ਆ ਨੌਜਵਾਨਾਂ ਨੂੰ ਕਿ ਪੜ੍ਹਾਈ ਦੇ ਨਾਲ ਨਾਲ ਇਹ ਖੇਡਾਂ ਦਾ ਜਿਹੜਾ ਉਪਰਾਲਾ ਕਰਨਾ ਚਾਹੀਦਾ, ਤੇ ਖੇਡਾਂ ਬੜੀਆਂ ਜੀਵਨ ਵਿੱਚ ਜ਼ਰੂਰੀ ਨੇ। ਜਿਹੜਾ ਸਪੋਰਟਸਮੈਨ ਆ ਉਹ ਜ਼ਿੰਦਗੀ ਵਿੱਚ ਹਮੇਸ਼ਾ ਸਫਲ ਹੁੰਦਾ, ਉਹ ਨਾ ਜ਼ਿੰਦਗੀ ਵਿੱਚ ਕਿਤੇ ਹਾਰ ਮੰਨਦਾ ਤੇ ਨਾ ਜ਼ਿੰਦਗੀ ਵਿੱਚ ਘਬਰਾਉਂਦਾ ਆ, ਤੇ ਬੱਚਿਆਂ ਨੂੰ ਖੇਡਾਂ ਨਾਲ ਮਾਪਿਆਂ ਨੂੰ ਜੋੜਨਾ ਚਾਹੀਦਾ। ਸਰ ਜਿਹੜੀਆਂ ਨੈਸ਼ਨਲ ਗੇਮਾਂ ਹੁੰਦੀਆਂ ਬੱਚੇ ਭਾਗ ਲੈ ਕੇ ਆਉਂਦੇ ਆ, ਪਰ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਬੇਰੁਖੀ ਉਹਨਾਂ ਨਾਲ ਕੀਤੀ ਜਾਂਦੀ ਆ। ਬੜੇ ਇਹੋ ਜਿਹੇ ਇਨਸੀਡੈਂਟ ਸਾਹਮਣੇ ਆਏ ਆ ਕਿ ਜੋ ਅਕਾਲੀ ਸਰਕਾਰ ਵੇਲੇ ਜੋ ਪਲੇਅਰਾਂ ਨੂੰ ਦਿੱਤਾ ਜਾਂਦਾ ਸੀ ਉਹ ਇਸ ਵੇਲੇ ਨਹੀਂ ਦਿੱਤਾ ਜਾ ਰਿਹਾ। ਕੀ ਫਰਕ ਰਹਿੰਦਾ ਇਹਦੇ ਵਿੱਚ? ਚਲੋ ਚਾਹੀਦਾ ਉਹਨੂੰ ਦੇਣੇ, ਯੋਗ ਇਨਾਮ ਦੇਣੇ ਚਾਹੀਦੇ ਨੇ, ਉਹਨੂੰ ਉਤਸ਼ਾਹਿਤ ਕਰਨਾ ਚਾਹੀਦਾ ਤਾਂ ਜੋ ਨੌਜਵਾਨ ਪੀੜ੍ਹੀ ਜਿਹੜੀ ਆ ਖੇਡਾਂ ਨਾਲ ਜਿਹੜੀ ਹੈ ਜੁੜ ਸਕੇ। ਦਾਸ ਚੈਨਲ ਨਿਊਜ਼ ਲਈ ਗੁਰਦਾਸਪੁਰ ਤੋਂ ਲਾਪ੍ਰਿਤ ਖੁਸ਼ੀਪੁਰ ਦੀ ਰਿਪੋਰਟ।